ਵਾਹਿਗੁਰੂ ਸਾਹਿਬ ਜੀ। ਵੱਡ ਭਾਗੀ ਉਨ ਮਾਨਿਓ, ਰਿਦ ਸ਼ਬਦ ਬਸਾਇਓ। ਮਨ ਮਾਣਕ ਸੰਤੋਖਿਓ, ਗੁਰ ਨਾਮ ਦ੍ਰਿੜਾਇਓ। ਅਗੰਮ ਅਗੋਚਰ ਪਾਰ ਬ੍ਰਹਮ, ਸਤਿਗੁਰ ਦਰਸਾਇਓ। ਗੁਰ ਅਰਜੁਨ ਘਰ ਗੁਰ ਰਾਮਦਾਸ, ਅਨਭਉ ਠਹਿਰਾਇਓ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿ ਲੋਏ। ਅੰਮ੍ਰਿਤ ਪਦਾਰਥ ਨਾਨਕਾ, ਮਨ ਮਾਨੈ ਸੁਖ ਹੋਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹੱਲਾ ਪੰਜਵਾਂ। ਠਾਕੁਰ ਜੀਓ ਤੁਹਾਰੋ ਪ੍ਰਣਾਮ, ਮਾਨ ਮਹਤ ਤੁਮਾਰੇ ਊਪਰ। ਤੁਮਰੀ ਓਟ ਤੁਮਾਰੀ ਸ਼ਰਨਾ, ਰਹਾਉ। ਤੁਮਰੀ ਆਸ ਭਰੋਸਾ ਤੁਮਰਾ, ਤੁਮਰਾ ਨਾਮ ਹਿਰਦੈ ਲੈ ਧਰਨਾ। ਤੁਮਰੋ ਬਲ ਤੁਮ ਸੰਗ ਸੁਹੇਲੇ। ਜੋ ਜੋ ਕਹੋ ਸੋਈ ਸੋਈ ਕਰਨਾ। ਤੁਮਰੀ ਦਇਆ ਮਇਆ ਸੁਖ ਪਾਵੋ। ਹੋ ਕਿਰਪਾਲ ਤਾ ਭਉ ਜਲ ਤਰਨਾ। ਅਭੈ ਦਾਨ ਨਾਮ ਹਰਿ ਪਾਇਓ। ਸਿਰ ਡਾਰਿਓ ਨਾਨਕ ਸੰਤ ਚਰਨਾ। ਤੁਮਰੀ ਦਇਆ ਮਇਆ ਸੁਖ ਪਾਵੋ। ਹੋ ਕਿਰਪਾਲ ਤਾਂ ਭਉ ਜਲ ਤਰਨਾ। ਅਭੈ ਦਾਨ ਨਾਮ ਹਰਿ ਪਾਇਓ।
सिर डारियो नानक संत चरना। वाहिगुरु जी का खालसा वाहिगुरु जी की फतेह। यह पावन शब्द कानड़ा राग दे अंदर पंचम पातशाह धन धन साहिब श्री गुरु अर्जुन देव महाराज जी के मुखार बिंद चों उचारण किया होया साहिब श्री गुरु ग्रंथ साहिब महाराज जी के पावन अंग 1299 उपर सुभायमान है। इस पावन शब्द की आप जी नूं विचार सरवण करवाउणगे पंथ दे महान विद्वान सत्कारयोग सिंह साहब ज्ञानी रणजीत सिंह जी, हैड ग्रंथी गुरुद्वारा श्री बंगला साहिब। गुरु प्यारी साध संगत जीओ, देशां विदेशां दीयां संगतां दे चरनां विच भी बेनती है कि बहुत सारियां संगतां दे विदेशां तो भी फोन आउंदे हन। इसलिए आप जी गुरुद्वारा श्री बंगला साहिब की साइट तो फोन नंबर अते अकाउंट नंबर इसकी डिटेल प्राप्त कर सकते हो। जेड़े भी गुरमुख जन सेवा भेजना चाहते हैं वो इस साइट तो फोन नंबर अकाउंट नंबर की डिटेल प्राप्त कर लैन जी। बहुत सारिया संगतां इस समय बहुत सारिया सेवावां भेज रही हैं। सारिया ही संगतां दा धन्नवाद है और सारिया संगतां लई सांझे तौर पर अरदास है। सतगुरु कृपा करन, सब नूं देह अरोगता चढ़दी कला वाला जीवन बख्शिश करन। असीं इस तरह सेवा करते रहिए, मानवता की सेवा कर गुरु की खुशियां प्राप्त करिए। आओ अगले समय लिए गुरमत विचारां नाल जुड़ना करिए जी। वाहिगुरु जी का खालसा वाहिगुरु जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद बेशुमार अथा अगणत अतुलय ज्यों बुलावो त्यों नानक दास बोले। गुरु सवारे खालसा जी। वाहिगुरु जी का खालसा वाहिगुरु जी की फतेह। आप जी वडभागे हो जो 8वें पातशाह बाला प्रीतम सतगुरु जिस डिठा है सब दुख जाए, इन्हां अजमतां वड्याइयां दे मालक गुरु हरकृष्ण साहब महाराज जी दे पवित्र चरण छो प्राप्त
ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ ਜਾਂ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ ਦੇ ਬਚਨ ਕਮਾਉਂਦੇ ਹਾਂ। ਆਪਣੇ ਘਰਾਂ ਵਿੱਚ ਬੈਠ ਮਨ ਕਰਕੇ ਸੁਰਤੀ ਕਰਕੇ ਹਾਜ਼ਰੀਆਂ ਲਵਾਉਂਦੇ ਹੋਏ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਸਤਿਗੁਰੂ ਸਾਰਿਆਂ ਨੂੰ ਆਪਣੇ ਦਰਸ਼ਨਾਂ ਦਾ ਪੁੰਨ ਫਲ ਬਖਸ਼ਣ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਗੁਰੂ ਕੇ ਗ੍ਰੰਥੀ ਸਾਹਿਬ ਭਾਈ ਸੰਦੀਪ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਕਾਨੜਾ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1299 ਅੰਗ ਤੇ ਦਰਜ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਔਰ ਇਸ ਬਾਣੀ ਨੂੰ ਸੁਣਤੇ ਪੁਨੀਤ ਕਹਤੇ ਪਵਿੱਤ। ਜਿਸ ਨੇ ਸੁਣਿਆ ਉਹ ਪੁਨੀਤ ਹੋਇਆ, ਜਿਸ ਨੇ ਪੜ੍ਹਿਆ ਉਹ ਪਵਿੱਤਰ ਹੋਇਆ। ਇੱਥੇ ਪੜ੍ਹਨ ਸੁਣਨ ਵਾਲੇ ਸਾਰੇ ਜਿਹੜੇ ਨੇ ਉਹ ਲਾਹੇਵੰਦ ਹੁੰਦੇ ਨੇ। ਇੱਥੇ ਸੁਣਾਉਣ ਵਾਲੇ ਨੂੰ ਘਾਟਾ ਨਹੀਂ ਪੈਂਦਾ। ਇੱਥੇ ਸੁਣਾਉਣ ਵਾਲਾ ਜਿਹੜਾ ਹੈ ਹਰ ਹਰ ਨਾਮ ਜਪੰਤਿਆਂ ਹੋਆ ਮੁਖ ਪਵਿੱਤਰ। ਜਿਹੜਾ ਮਨੁੱਖ ਹਰੀ ਪਰਮੇਸ਼ਰ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹਦੀ ਰਸਨਾ ਸਫਲੀ ਹੁੰਦੀ ਹੈ, ਉਹਦਾ ਮੁਖ ਸਫਲਾ ਹੁੰਦਾ ਹੈ। ਕਿਉਂਕਿ ਮੁਖ ਸੁਹਾਵਾ ਜਾਂ ਤੋ ਜਸ ਗਾਵੇ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਜਦੋਂ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਆਇਆ ਸੀ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਇਹ ਮੇਰੀ ਜੀਭਾ ਤੂੰ ਰੱਬ ਦੇ ਗੁਣ ਗਾ।
क्योंकि ये जबान जिहड़ी है ये बोलती रहती है। इनू इस गल की जरूर डायरैक्शन चाहिए सी, मार्गदर्शन चाहिए सी कि जीबा तू की बोले ताकि तू आप भी सफल हो जावे और जिस शरीर दे नाल तैनू लाया गया है उसनों भी लाहा प्राप्त होवे, उसनों भी इहदा कोई लाभ प्राप्त हो सके। रसना जपै ना नाम तिल तिल कर कटिए। अगर ये जीबा नाम नहीं जपदी तो इसनों कट देना चाहिए। इस जीबा का अगर सद उपयोग किया जाए तो भगत जी कहते ने मन मेरो गज जिहवा मेरी काती मप मप काटों जम की फांसी। वो मन जिदे बारे कहा जाता है कि मन टिकदा नहीं, मन खोता है, मन वेला होवे शैतान दा घर है। पर इसे मन नूं जे किते गुरु दा उपदेश दे दिता जावे तो ये मन तुहाडे परमार्थ वास्ते बहुत लाभदायक है, बड़ा वड्डा सहायक बन सकता है। इस मन ने मीटर बन के जमा दी फाही नूं मिनना शुरू कर देना है ते जीबा ने नाम जपदियां जपदियां उस रस्सी नूं कटना शुरू कर देना है। ते जदों जमा दी फाही दे छोटे छोटे टुकड़े हो जाणगे तो फिर मनुख दे जीवन विचों ये जिहड़ा भय है जमा दी फाही दा वो सदा वास्ते खत्म हो जाएगा। सतगुरु पिता महाराज सानू उपदेश करके समझाउंदे ने कि भाई इस बाणी नूं सुन, इस बाणी नूं पढ़। साडे तो गलती की हो गई, असी इस बाणी की जिहड़ी संभाल है बहुता जोर उहदे ते ला दिता है। इसे करके महाराज दे प्रकाश अस्थान, महाराज दे प्रकाश दियां जिहड़ियां सहायक वस्तां सन, भावें वो पालकी सी, भावें वो होर सजावट सी, असी उहदे विच बहुत जे कहिए कि समझदारी प्राप्त की और उहदे विच असी सुचेत हो के ये संसार नूं दसण दी कोशिश की है कि गुरु दी सेवा संभाल दे विच दसो भाई की कमी है। अमूमन जदों जिन्हां घरां विच गुरु ग्रंथ साहब जी का प्रकाश हुंदा है और जिन्हां नूं सच्चे पातशाह ने कुछ थोड़ा बहुत अपना अदब बख्शिया है, उन्हां दे घरां विच जाइए ते वो एक गल जरूर पुछदे ने, ज्ञानी जी बाबा जी दे कमरे च चलोगे? फिर खुद भी महसूस करीदा भी ये तो गलती हो गई, जदों घर विच हैड बैठा सी तो मैं छोटियां दे नाल ही दुआ सलाम करके इत्थे बह गया, क्योंकि जे घर च बजुर्ग बैठे होण ते पहलां जाके उन्हां नूं अदब सन्मान भेंट करना चाहिए। घर विच माता जी बैठे होण, पिता जी बैठे होण, बजुर्ग बैठे होण,
ਤੇ ਆਪਾਂ ਬੱਚਿਆਂ ਨੂੰ ਹਾਏ ਹੈਲੋ ਕਰਕੇ ਸੋਫੇ ਤੇ ਬਹਿ ਜਾਈਏ ਤੇ ਇਹ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਨਹੀਂ ਹੈ। ਜਿਨ੍ਹਾਂ ਨੂੰ ਸੋਝੀ ਹੁੰਦੀ ਉਹ ਪਹਿਲਾਂ ਪੁੱਛਦੇ ਨੇ ਬੀਜੀ ਕਿੱਥੇ ਨੇ, ਬਾਪੂ ਜੀ ਕਿੱਥੇ ਨੇ। ਉਹ ਕਹਿੰਦੇ ਵੀ ਨੇ ਕੋਈ ਨਹੀਂ ਚਾਹ ਪੀ ਲਓ ਫਿਰ ਮਿਲ ਲਿਓ। ਉਹ ਕਹਿੰਦਾ ਵੀ ਚਾਹ ਬਾਅਦ ਚ ਪੀ ਲਾਂਗੇ, ਪਹਿਲਾਂ ਮਿਲ ਲਈ, ਇਹ ਚ ਕੀ ਫਰਕ ਹੈ। ਫਿਰ ਮਹਿਸੂਸ ਵੀ ਹੁੰਦਾ ਹੈ ਵੀ ਜੇ ਘਰ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਪਹਿਲਾਂ ਮੈਨੂੰ ਉੱਥੇ ਮੱਥਾ ਟੇਕਣਾ ਚਾਹੀਦਾ ਸੀ। ਫਿਰ ਜਦੋਂ ਜਾਈਦਾ ਤੇ ਮਨ ਵੀ ਖੁਸ਼ ਹੁੰਦਾ ਹੈ ਕਿ ਚੰਦੋਵਾ ਲਾਉਣ ਵਿੱਚ, ਮਹਾਰਾਜ ਦਾ ਸੁੱਖ ਆਸਨ ਕਰਨ ਵਿੱਚ, ਭਾਵੇਂ ਛੋਟਾ ਜਿਹਾ ਹੀ ਹੈ, ਉਹਨਾਂ ਨੇ ਪਲੰਘ ਵੀ ਬਣਾਇਆ ਹੈ। ਹੁਣ ਗੱਲ ਇੱਥੇ ਮੁੱਕਦੀ ਨਹੀਂ ਹੈ, ਗੱਲ ਗੁਰੂ ਘਰ ਦੀ ਸੇਵਾ ਸੰਭਾਲਦੀ ਨਹੀਂ ਹੈ, ਗੱਲ ਹੈ ਗੁਰੂ ਘਰ ਨੂੰ ਮੰਨਣ ਦੀ। ਇਹ ਗੱਲ ਬੜੀ ਸੋਹਣੀ ਅਸੀਂ ਹੁਣ ਅੱਜ ਕੱਲ੍ਹ ਕਰਦੇ ਹਾਂ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ, ਅਸੀਂ ਗੁਰੂ ਦੀ ਨਹੀਂ ਮੰਨਦੇ। ਅਸੀਂ ਗੁਰੂ ਨੂੰ ਮੰਨਦੇ ਹਾਂ, ਸਾਰੀ ਦੁਨੀਆ ਮੱਥਾ ਟੇਕਦੀ, ਸਾਰੀ ਦੁਨੀਆ ਹੱਥ ਜੋੜਦੀ ਹੈ, ਪਰ ਸਵਾਲ ਇਹ ਵੀ ਗੁਰੂ ਦੀ ਕੌਣ ਮੰਨਦਾ। ਜੀਵਨ ਸਫਲ ਉਦਨ ਹੋਵੇਗਾ ਜਿੱਦਨ ਅਸੀਂ ਗੁਰੂ ਦੀ ਮੰਨਾਂਗੇ। ਹੁਣ ਵੀ ਮੈਂ ਜਦੋਂ ਘਰੋਂ ਤੁਰਨਾ ਸੀ ਤੇ ਵਿਦੇਸ਼ ਵਿੱਚ ਬੈਠਾ ਇੱਕ ਮੇਰਾ ਵੀਰ ਮੇਰੇ ਨਾਲ ਗੱਲ ਕਰ ਰਿਹਾ ਸੀਗਾ, ਕੀ ਹੋਏਗਾ? ਮੈਂ ਕੁਛ ਨਹੀਂ ਹੋਏਗਾ, ਹਰ ਬੰਦਾ ਗੁਰਸਿੱਖ ਹੋ ਜਾਏਗਾ। ਹੁਣ ਅਸੀਂ ਪਰਹੇਜ਼ ਕਰਾਂਗੇ ਕਿਸੇ ਦੇ ਹੱਥੋਂ ਲੈ ਕੇ ਖਾਣ ਲੱਗਿਆ, ਯਤਨ ਕਰਾਂਗੇ ਕਿ ਅਸੀਂ ਆਪ ਬਣਾ ਕੇ ਪਕਾ ਕੇ ਖਾ ਲਈਏ, ਥੋੜਾ ਖਾ ਲਈਏ, ਸਾਦਾ ਖਾ ਲਈਏ। ਸਭ ਤੋਂ ਵੱਡੀ ਗੱਲ ਕੀ ਹੋਏਗੀ? ਦੁਨੀਆ ਦੀ ਰਫ਼ਤਾਰ ਦੇ ਵਿੱਚ ਕਮੀ ਆਏਗੀ। ਔਰ ਤੁਸੀਂ ਨੋਟ ਕੀਤਾ ਹੋਏਗਾ ਕਿ ਜਿਹੜਾ ਪਿਛਲੇ 10-15 ਸਾਲਾਂ ਦੇ ਵਿੱਚ ਸਾਨੂੰ ਲੱਗਿਆ ਹੈ ਕਿ ਬੰਦੇ ਨੇ ਬਹੁਤ ਕੁਝ ਕਮਾਉਣਾ ਸ਼ੁਰੂ ਕਰ ਦਿੱਤਾ ਹੈ, ਉਹਦੇ ਵਿੱਚ ਅਸੀਂ ਬਹੁਤ ਕੁਝ ਆਪਣਾ ਗਵਾਉਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਵਾਪਸ ਮੁੜ ਆਵਾਂਗੇ। ਦੁਨੀਆ ਦੀ ਰਫ਼ਤਾਰ ਘਟੇਗੀ, ਰਫ਼ਤਾਰ ਘਟੇਗੀ ਤੇ ਇਛਾਵਾਂ ਤ੍ਰਿਸ਼ਨਾਵਾਂ ਵੀ ਘਟਣਗੀਆਂ। ਕਿਤੇ ਨਾ ਕਿਤੇ ਸਬਰ ਸੰਤੋਖ ਵੀ ਸਾਡੇ ਜੀਵਨ ਵਿੱਚ ਵਾਪਸ ਆਏਗਾ। ਮਤਲਬ ਦੁਨਿਆਵੀ ਪੜ੍ਹਾਈ ਨੂੰ ਛੱਡੋ, ਅਸੀਂ ਗੁਰਬਾਣੀ ਨੂੰ ਲਿਆ ਕੇ ਇੱਥੇ ਖੜਾ ਕਰ ਦਿੱਤਾ ਕਿ ਕਿਹੜਾ ਪਾਠ ਕਿੰਨੇ ਦਿਨ ਕਰੀਏ ਤੇ ਕਿਹੜੇ ਗੁਰਦੁਆਰੇ ਕਿੰਨੇ ਦਿਨ ਜਾਈਏ। ਅਸੀਂ ਇੰਨੇ ਕਮਰਸ਼ੀਅਲ ਹੋ ਗਏ, ਇੰਨੇ ਵਪਾਰੀ ਹੋ ਗਏ, ਇਸ ਕਦਰ ਸਾਡੇ ਅੰਦਰ ਪੈਸੇ ਦੀ ਹੋੜ ਪੈਦਾ ਹੋ ਗਈ, ਇਸ ਕਦਰ ਅਸੀਂ ਆਪਣੀ ਜ਼ਿੰਦਗੀ ਨੂੰ ਪੈਸੇ ਨਾਲ ਮਿਣਨਾ ਤੋਲਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਨਿਤਨੇਮ ਤੋਂ ਭੱਜ ਗਏ। ਅਸੀਂ ਗੁਰੂ ਕੀ ਬਾਣੀ ਤੋਂ ਦੂਰ ਚਲੇ ਗਏ। ਹੁਣ ਆਸਾ ਕੀ ਵਾਰ ਸੁਣਨ ਵਾਸਤੇ ਇਹ ਕਹਿਣਾ ਪਿਆ ਕਿ ਇਹ ਆਸਾਂ ਪੂਰੀਆਂ ਕਰਨ ਵਾਲੀ ਬਾਣੀ ਹੈ। ਪੁੱਛੋ ਵੀ ਆਸਾਂ ਤੇ ਪਾਣੀ ਫੇਰਨ ਵਾਲੀ ਕੋਈ ਬਾਣੀ ਹੈਗੀ ਹੈ ਕਿ ਜਿਹੜੀ ਤੇਰੀਆਂ ਆਸਾਂ ਤੇ ਪਾਣੀ ਫੇਰ ਦੇਵੇ? ਕਿਸੇ ਨੇ ਰੋਕਿਆ? ਨਹੀਂ ਰੋਕਿਆ। ਦੇਖੋ, ਦੁੱਖ ਭੰਜਣੀ ਦਾ ਨਵਾਂ ਗੁਟਕਾ ਪੈਦਾ ਹੋ ਗਿਆ। ਛੋਟੀ ਜਿਹੀ ਇੱਕ ਪੋਥੀ ਦੁੱਖ ਭੰਜਣੀ ਨਵੀਂ ਬਾਣੀ ਤਿਆਰ ਕਰ ਲਈ ਬੰਦੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਹੜੀ ਬਾਣੀ ਹੈ ਜਿਹੜੀ ਪੜ੍ਹੀਏ ਤੇ ਦੁੱਖ ਲੱਗਦਾ ਹੈ? ਕੋਈ ਹੈ ਬਾਣੀ ਐਸੀ, ਕੋਈ ਸ਼ਬਦ ਹੈ? ਆਪਾਂ ਨੂੰ ਸਾਰਿਆਂ ਨੂੰ ਪੰਥਕ ਤੌਰ ਤੇ ਇਕੱਠੇ ਹੋ ਕੇ ਫੈਸਲਾ ਕਰਨਾ ਚਾਹੀਦਾ ਵੀ ਇਹ ਸ਼ਬਦ ਭਾਈ ਠੀਕ ਨਹੀਂ ਹੈ, ਇਹਦੇ ਨਾਲ ਤੇ ਦੁੱਖ ਲੱਗਦੇ ਨੇ। ਸੱਚ ਕੀ ਹੈ? ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਿ ਇਹ ਸਾਰੀਆਂ ਗੱਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਉਲਟ ਨਹੀਂ ਕੀਤੀਆਂ?
ਬਾਣੀ ਗੁਰੂ ਸੀ, ਗੁਰੂ ਬਾਣੀ ਸੀ, ਸਾਰੀ ਬਾਣੀ ਵਿੱਚ ਅੰਮ੍ਰਿਤ ਸੀ। ਇਹਦੇ ਵਿੱਚ ਵਾਇਰਸ ਕਿੱਥੋਂ ਆ ਗਏ, ਇਹਦੇ ਵਿੱਚ ਇਨਫੈਕਸ਼ਨ ਕਿੱਥੋਂ ਆ ਗਈ ਵੀ ਆਹ ਸ਼ਬਦ ਪੜੋਗੇ ਤੇ ਤੁਹਾਨੂੰ ਦੁੱਖ ਲੱਗ ਜਾਏਗਾ। ਭਾਈ ਨਵੀਂ ਅਸੀਂ ਇੱਕ ਵੈਕਸੀਨ ਤਿਆਰ ਕਰ ਲਈ ਦੁੱਖਾਂ ਦੀ, ਆਹ ਸ਼ਬਦ ਪੜੋ ਜੀ, ਆਹ ਸ਼ਬਦ ਪੜੋ ਜੀ। ਹਾਂ, ਸ਼ਬਦ ਤੁਸੀਂ ਕੋਈ ਵੀ ਪੜ ਸਕਦੇ ਹੋ। ਹੁਣ ਜਿਵੇਂ ਇੱਕ ਗੱਲ ਕਹੀ ਦੀ ਹੈ ਕਿ ਸ਼ਨੀਵਾਰ ਘੁੰਗਣੀਆਂ ਲੈ ਕੇ ਗੁਰਦੁਆਰੇ ਨਾ ਆਓ, ਇਹਦਾ ਅਰਥ ਇਹ ਨਹੀਂ ਕਿ ਛੋਲੇ ਖਾਣੇ ਬਾੜੇ ਨੇ, ਇਹਦਾ ਅਰਥ ਇਹ ਨਹੀਂ ਕਿ ਛੋਲੇ ਕੋਈ ਬੱਜਰ ਕਰੈਤ ਨੇ, ਪਰ ਇੱਕ ਦਿਨ ਮਿੱਥ ਕੇ ਲਿਆਓਗੇ ਫਿਰ ਗਲਤ ਹੋ ਜਾਏਗਾ। ਘੁੰਗਣੀਆਂ ਤੇ ਸਾਡੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਰੂਪ ਵਿੱਚ ਆਪ ਵੇਚਦੇ ਹੁੰਦੇ ਸੀ, ਆਪ ਵੰਡਦੇ ਹੁੰਦੇ ਸੀ। ਸਾਡੇ ਬਜ਼ੁਰਗ ਸਿੱਖ 18ਵੀਂ ਸਦੀ ਵਿੱਚ ਛੋਲੇ ਖਾ ਕੇ ਤੇ ਗੁਜ਼ਾਰਾ ਕਰਦੇ ਹੁੰਦੇ ਸੀ। ਉਹ ਜਦੋਂ ਢਾਡੀ ਸੁਣਾਉਂਦੇ ਨੇ ਨਾ ਕਿ ਖਾ ਕੇ ਮੁੱਠ ਛੋਲਿਆਂ ਦੀ, ਉਹ ਮੈਨੂੰ ਸ਼ਾਇਦ ਪੂਰੀ ਆਉਣੀ ਨਹੀਂ, ਉਹ ਪਰ ਘੂਰੇ ਤੇਰਾ ਖਾਲਸਾ। ਛੋਲਿਆਂ ਦਾ ਸਿੱਖਾਂ ਨਾਲ ਬੜਾ ਸੰਬੰਧ ਹੈ। ਅਸੀਂ ਮੁੱਠੀ ਭਰ ਛੋਲੇ ਖਾ ਕੇ ਗੁਜ਼ਾਰਾ ਕੀਤਾ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਦਾਲ ਨਹੀਂ ਸੀ ਬਣਦੀ, ਸਬਜ਼ੀ ਨਹੀਂ ਸੀ ਬਣਦੀ, ਰੋਟੀ ਨਹੀਂ ਸੀ ਪੱਕਦੀ, ਪ੍ਰਸ਼ਾਦਾ ਨਹੀਂ ਸੀ ਪੱਕਦਾ। ਸਾਰਾ ਕੁਝ ਬਾਬੇ ਪਿਰਥੀ ਚੰਦ ਨੇ ਕਾਬੂ ਵਿੱਚ ਕਰ ਲਿਆ ਸੀ। ਕੇਵਲ ਲੰਗਰ ਵਿੱਚ ਛੋਲੇ ਵਰਤਦੇ ਸੀ, ਜਲ ਵਰਤਦਾ ਸੀ। ਪਰ ਛੋਲੇ ਮਾੜੇ ਕਦੋਂ ਹੋ ਗਏ? ਜਦੋਂ ਸ਼ਨੀਚਰਵਾਰ ਨਾਲ ਜੋੜ ਦਿੱਤੇ ਗਏ। ਉਹਦੇ ਚੋਂ ਛਣੀ ਬਾਹਰ ਕੱਢ ਦਿਓ, ਛੋਲੇ ਮੁਬਾਰਕ ਨੇ। ਮੈਂ ਫਿਰ ਬੇਨਤੀ ਕਰਾਂ, ਸ਼ਬਦ ਕੋਈ ਮਾੜਾ ਨਹੀਂ ਹੈ। ਸੁੱਖ ਹੋਵੇ ਅਸੀਂ ਸੁੱਖ ਦੇ ਸ਼ਬਦ ਪੜ੍ਹਦੇ ਹਾਂ, ਦੁੱਖ ਹੋਵੇ ਦੁੱਖ ਦੇ ਸ਼ਬਦ ਪੜ੍ਹਦੇ ਹਾਂ, ਖੁਸ਼ੀ ਹੋਵੇ ਅਸੀਂ ਖੁਸ਼ੀ ਦੇ ਸ਼ਬਦ ਪੜ੍ਹਦੇ ਹਾਂ, ਸੋਗ ਹੋਵੇ ਅਸੀਂ ਵਿਰਾਗ ਦੇ ਸ਼ਬਦ ਪੜ੍ਹਦੇ ਹਾਂ। ਪੜ੍ਹ ਸਕਦੇ ਹਾਂ ਅਸੀਂ, ਕਿਉਂ ਨਹੀਂ ਪੜ੍ਹ ਸਕਦੇ? ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਿੜਕਣ ਦੀ ਹਿਮਾਕਤ ਕਿਉਂ ਕੀਤੀ ਹੈ? ਗੁਰੂ ਅਰਜਨ ਸਾਹਿਬ ਨੇ ਬਾਣੀਆਂ ਦੀ ਵੰਡ ਕੀਤੀ ਵੀ ਇਹ ਅਲਾਣੀਆਂ ਨੇ, ਇਹ ਸਾਧ ਹੈ, ਇਹ ਸਿੱਧ ਗੋਸ਼ਟ ਹੈ। ਗੁਰੂਆਂ ਨੇ ਬਾਣੀ ਉਚਾਰੀ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ, ਉਹ ਸਾਰੀ ਵੰਡ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ। ਕਿਸੇ ਬਾਣੀ ਦਾ ਨਾਂ ਸਿਰਲੇਖ ਜਪ ਦਿੱਤਾ, ਕਿਸੇ ਦਾ ਸੋਦਰ ਦਿੱਤਾ, ਕਿਸੇ ਦਾ ਸੋਹਿਲਾ ਦਿੱਤਾ, ਕਿਸੇ ਨੂੰ ਘੋੜੀਆਂ ਆਖਿਆ, ਕਿਸੇ ਨੂੰ ਅਲਾਣੀਆਂ ਆਖਿਆ। ਕੀ ਗੁਰੂ ਅਰਜਨ ਸਾਹਿਬ ਤੋਂ ਗਲਤੀ ਹੋ ਗਈ ਵੀ ਉਹਨਾਂ ਨੂੰ ਦੁੱਖ ਭੰਜਣੀ ਕਹਿਣਾ ਭੁੱਲ ਗਿਆ? ਇੱਥੇ ਜਾ ਕੇ ਜਦੋਂ ਸਾਡੇ ਤੋਂ ਹਿਮਾਕਤ ਹੋਈ ਹੈ ਤਾਂ ਫਿਰ ਭਾਈ ਉਹਦੀ ਸਾਨੂੰ ਕਿਤੇ ਨਾ ਕਿਤੇ ਜਾ ਕੇ ਤਾੜਨਾ ਵੀ ਤਾਂ ਹੋਣੀ ਸੀ ਨਾ। ਕੀ ਹੋਏਗਾ? ਕੁਛ ਨਹੀਂ ਹੋਏਗਾ, ਵਾਪਸ ਆ ਜਾਓ, ਅੱਗੇ ਜਾਣ ਦੀ ਲੋੜ ਨਹੀਂ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਧਰਮ ਕੀ ਹੈ? ਛੱਡਣ ਦਾ ਨਾਂ ਧਰਮ ਹੈ। ਸੰਸਾਰ ਕੀ ਹੈ? ਫੜਨ ਦਾ ਨਾਂ ਸੰਸਾਰ ਹੈ। ਇਕੱਠਾ ਕਰੀ ਜਾਓਗੇ, ਸੰਸਾਰ ਬਣ ਜਾਏਗਾ। ਛੱਡਦੇ ਜਾਓਗੇ, ਜੋ ਬਾਕੀ ਬਚੇਗਾ ਉਹ ਧਰਮ ਹੋਏਗਾ। ਜਿਹੜੀ ਧਰਮ ਦੀ ਅਵਧੀ ਹੈ ਉਹ ਕੀ ਹੈ? ਉਹ ਹੈ ਕਾਨੜਾ ਮਹੱਲਾ ਪੰਜਵਾਂ, ਠਾਕੁਰ ਜੀਓ ਤੁਹਾਰੋ ਪਰਣਾ। ਇਹ ਧਰਮ ਦੀ ਅਵਧੀ ਹੈ। ਹੇ ਮੇਰੇ ਮਾਲਕ, ਮੈਨੂੰ ਕੇਵਲ ਤੇ ਕੇਵਲ ਤੇਰਾ ਪਰਨਾ ਸਹਾਰਾ।
हुण सभे भज्जो भज्जै आसरा, सबो भज्जै आसरा, चूकै सब असराओ, चित आवे उस पार ब्रह्म, लगे न तती वाओ। महाभारत की कथा की है? देखो तो बड़े पहलू ने। एक पहलू की है कि द्रौपदी ने माड़ा बोलिया, लमो ने खता की, सदियों ने सजा पाई। कि जे उसने दुर्योधन नूं अंधे दा अंधा किया, मैं रोज बेनती करदा अपने भरावां नूं भी, अपने कौम दे आगूआं नूं भी, तुहानूं बोलण दा हक रब ने दिता है, जबान तुहानूं किसी बंदे ने नहीं दिती, तुहाडा राइट है, बोलो तुसीं, पर माड़ा ना बोलो। माड़े बोलण दी सजा तुहानूं भुगतनी पैनी है। तुसीं क्यों माड़ा बोलोगे किसी नूं? मेरी अपनी जिंदगी का एक प्रिंसीपल है, मैं तुहाडी गल ना मन्ना, ये मेरा हक है। नहीं मनदा जी, मैं तुहाडी गल नहीं मन सकदा जी, मैं तुहाडे कहण ते इदां नहीं कर सकदा जी, मैं गल तुहाडी ना मन्ना, ये मेरा बर्थ राइट है, ये मेरा जमांदरू अधिकार है। पर मैं तुहानूं माड़ा बोला, ये अधिकार मेरा नहीं है। तुसीं आए हो, मैं तुहानूं वैलकम कवां, तुहानूं जी आया कवां, तुहानूं बैठण लई कवां, तुहानूं चाह पानी लई कवां, ये अकल है, ये सलीका है, ये मत है, ये सियाणप है, ये तुहाडी दानश्वरी है। चलो मैं ये कुछ भी नहीं किया, ना मैं क्या आओ जी, ना मैं क्या बैठो जी, ना मैं क्या जी पानी पियो जी, क्योंकि मैनू ये अकल होएगी नहीं, ना मेरे को दानश्वरी होएगी, ना मेरे को मत होएगी, ना मेरे को सलीका होएगा। ठीक है, मैं गल्लां नहीं कीतियां, पर यह किन्ने कहता भी किधर आया मूँह चुक के? ये राइट मैनू किन्ने दिता है? किसी की बेइज्जती करने का हक तुहानूं दिता है किसी ने? साडे तो गलती इत्थे हो रही है। तुसीं नहीं लाइक करदे किसी नूं, ओहदी इज्जत ना करो, पर तुसीं बेइज्जती करोगे, ये तुहानूं राइट किन्ने दिता है भाई? फिर ये जरूर चेता रखना, फिर आपे बीज आपे ही खा। जे माड़ा बोलोगे तो उहदा फल तुहानूं माड़ा ही मिलेगा। तुसीं किसी की इज्जत ना करो, कोई फर्क नहीं पैंदा, पर तुसीं किसी की बेइज्जती करोगे, कोई बर्दाश्त नहीं जे करेगा, कोई बर्दाश्त नहीं करेगा। तुसीं अपनी गल कहो, तुहाडा हक है। धर्म की दुनिया के ठेकेदारों, राजनीतिकां तो सिख लो। हर राजनीति दे मंदिर विच, पार्लीमेंट दे विच एक ओपोजिशन होंदी है। ओपोजिशन दीयां वखरियां चेयर होंदियां ने, ओपोजिशन की एक पोस्ट होंदी है, बकायदा एक ओपोजिशन का लीडर होंदा है। इस सारियां गल्लां प्रवान कीतियां गईयां ने। ये जरूरी नहीं कि सारे बंदे मेरी मत, मेरी बुद्ध, मेरी अकल दे सारे अनुसार होण, कदे हो ही नहीं सकता। गुरु अमरदास पिता जी का कल असी गुरपुरब मनाया है। सतगुरां दे महल माता जी कहन लगे बीबी भानी का रिश्ता करना है। गुरु अमरदास महाराज कहन लगे भी कोई लड़का तुहाडे ध्यान विच है? माता जी कहन लगे हाँ, मैं चाहनी हाँ कि जेठे वर्गा कोई लड़का सानू मिल जाए।
सतगुरु कहन लगे भी जेठे वर्गा तो नहीं मिल सकता, जेठा तो हो सकता है पर जेठे वर्गा कोई दूसरा नहीं हो सकता, क्योंकि उस परमात्मा ने कोई किसी वर्गा पैदा किया ही नहीं। मैं हमेशा बेनती करदा, पहली गल साडी एक दूजे नाल शक्ल नहीं रलदी, इत्थों ही पता लग जाना चाहिए भी वह होर है तो मैं होर हाँ। चलो भैणां ते भरावां दी कई बारी शक्ल रल जाती है, फिर अकल नहीं रलदी, उतों पता लग जाता भी ये सारे वखरे वखरे ने। अकल भी रल जाए तो किस्मत नहीं रलदी। फिर आप ये किवें कहिए भी हर बंदा मेरी बोली बोलेगा जी, हर बंदा उवें ही बोलेगा जिवें मैं कहांगा जी, है ही नहीं, हो ही नहीं सकता। बोलो, तुहानू बोलण दा हक है, पर अपनी गल निमरता नाल कहो, अपना इतराज दर्ज कराओ कि लिखो कि मैं तुहाडे नाल सहमत नहीं हाँ। मैं तुहाडे नाल नहीं सहमत हैगा, क्योंकि गल्लां ते दो तीन तरीके मन्ने जाणगे ना, जां ते सर्वसम्मति मन्नी जाएगी जां बहुत सम्मति मन्नी जाएगी, जां ते वो फैसला होएगा जिन्हों सारे प्रवान करन, ते जां फिर यही है भी जिधर बहुते बंदे होणगे वो फैसला मन्निया जाएगा। बाणी गुरु है, गुरु बाणी है, विच सारी बाणी दे अमृत है। इस बाणी नूं पढ़न वाला कोई भी मनुख जिहड़ा है वो सुनते पुनीत कहते पवित्र। सुनन वाला पुनीत है, कहण वाला पवित्र है। ये बाणी नूं जिहड़ा भी पढ़ेगा दुख रोग संताप उतरे। सुनी सच्ची बाणी, बाणी सुन के तो वेखो, सुनने गीत सुनिया गालां, कदे बाणी सुनी है? जिस दिन असी बाणी नूं सुनांगे, सुने दियां जपजी साहब दे विच 4 पौड़ियां ने। सुने सिद्ध पीर सुरनाथ, सुने धरत धवल आकाश। सुनो तो सही। नानक भगता सदा विगास, सुने दुख पाप का नाश। सुन के तो वेखो। असी तो गुरुद्वारे आके सुनने लिए तैयार नहीं है। इसे करके मैं बेनती करदा भी गुरुद्वारे आके पाठ ना करया करो, ये तुहाडा होमवर्क है, घर करया करो। गुरुद्वारे काहदे लई आउणा है? वो जिहड़े 4 कर्म ने ना सिख दे, उहदे विच चौथा कर्म है। पहला की है अंतर गुर आराधना, दूजा की है जेवा जप गुर नाओ, तीजा की है नेत्री सतगुर पेखना, चौथा की है श्रवणी सुनना गुर नाम। गुरुद्वारे सिर्फ सुनने वास्ते जाना है। उत्थे बह के पाठ सुनो, उत्थे बह के कीर्तन सुनो, उत्थे बह के कथा सुनो। फिर रब ने 2 कन दिते ने, ये नहीं भी इधरों बोलता सी जी मैनूं सुनिया नहीं, इधरला कन वखरा है। इधर कोई बोलेगा तो इधरला कन वखरा है। सुनना एक कला है। सुनना एक आम गल नहीं है। इहदियां 4 पौड़ियां ने, और जिन्हां ने सुनिया नानक भगतां सदा विगास। विगास कहते हैं खेड़ा, खुशी। चलो मैनूं तुसीं दस दो, तुहानूं किहड़ा भगत खुश मिले अज तक? भगत है ही हो जिहदे चेहरे ते नूर है। खुश कौन होएगा? खुश हो है
ਜਿਹਦੇ ਜੀਵਨ ਵਿੱਚ ਪਰਾਈ ਤਾਤ ਨਹੀਂ ਹੈ। ਕੱਲ ਦਾ ਸ਼ਬਦ ਹੀ ਇਹ ਸੀਗਾ, ਬਿਸਰ ਗਈ ਸਭ ਤਾਤ ਪਰਾਈ। ਤਾਤ ਕੋਈ ਬਿਮਾਰੀ ਨਹੀਂ ਹੈ, ਕਿਤੇ ਮੈਡੀਕਲ ਕਰਾਉਣ ਨਾ ਚਲੇ ਜਾਇਓ। ਡੇਂਗੂ ਬਿਮਾਰੀ ਹੈ, ਕਰੋਨਾ ਬਿਮਾਰੀ ਹੈ, ਫਲੂ ਬਿਮਾਰੀ ਹੈ, ਪਰਾਈ ਤਾਤ ਕੋਈ ਬਿਮਾਰੀ ਨਹੀਂ ਹੈ। ਪਰਾਈ ਤਾਤ ਕੀ ਹੈ ਕਿ ਲੋਕਾਂ ਦੇ ਸੁੱਖ ਵੇਖ ਕੇ ਸੜੀ ਜਾਣਾ। ਇਹਦਾ ਸੂਟ ਵਧੀਆ ਕਿਉਂ ਹੈ, ਇਹਦੀ ਘੜੀ ਵਧੀਆ ਕਿਉਂ ਹੈ, ਇਹਦੀ ਗੱਡੀ ਵਧੀਆ ਕਿਉਂ ਹੈ, ਇਹਦਾ ਘਰ ਵਧੀਆ ਕਿਉਂ ਹੈ, ਇਹਦੀ ਪਦਵੀ ਵਧੀਆ ਕਿਉਂ ਹੈ, ਇਹਨੂੰ ਲੋਕ ਚੰਗਾ ਕਿਉਂ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਪਰਾਈ ਤਾਤ। और ਇਹਦਾ इफेक्ट की है कि जिसके अंतर तात पराई होवे तिसदा कदे ना होवी भला। तुसी कदे बांदर नूं समझण दी कोशिश कीती है? असी दो ही गल्लां समझियां ने। एक जी सवेरे उठ के बांदर दा नां नहीं लैना। पुछना सी बजुर्गां नूं भी ओहदा नां क्यों नहीं लैना। पिताजी मैं मान ली गल, चलो 12 बजे तो बाद दस दिओ भी दसो तो सही लैना क्यों नहीं है। पूरी प्रकृति विच पूरी धरती ते इको ही जीव है जिहदा अपना घर नहीं। सवेरे उठ के उहदा नाम लओगे तो तुसीं की सोचते हो कि तुहाडी कोठी बन जाएगी। सवेरे उठ के ना किसी चंगे बंदे दा लो, तो तुहानूं पता है बांदर दा घर क्यों नहीं हैगा? इस करके नहीं हैगा कि जिथे बांदर रहिंदा होवे ना उत्थे घर किसी दा भी नहीं हुंदा। ते रब ने उहनूं कोई ऐसी बद दुआ सराफ दिता है कि जे तू किसी दा घर वेख नहीं सकदा, तू किसी दा घर रहन नहीं दे सकदा, ते जा इस धरती ते तेरा कदे घर नहीं होएगा। मैं कल भी बेनती की सी, मैनूं खिमा कर देना कि मैं अपनी मां की गल करदा। मेरी मां कहती सी रब्बा सब दा भला कर, किसी दे पैरां पिछे मेरे बच्चों का भी भला कर। मंगदी अपने बच्चों का भला सी। मेरी मां ब्रह्म ज्ञानी नहीं सी, मेरी मां स्वार्थी सी। उन्हें बड़े महंगे पुत लए सी, बड़ी जिंदगी की अखीर विच जाके उन्होंने बच्चे मिले सी। इको गल कहती सी, कहना की चाहती सी मेरे बच्चों का भला कर। पर शुरू कित्थों होंदी सी, कहती सी रब्बा सब का भला कर, किसी दे पैरां पिछे मेरे बच्चों का भी भला कर। ये जिहड़ा आपां रोज कहने ना सरबत का भला, मैं मंजी साहब भी बेनती की, मैं इत्थे भी बेनती की, मैं अज फिर बेनती करदा सरबत का भला तुहाडी अरदास नहीं है। इस भुलेखे चों बाहर आ जाओ। सरबत का भला तुहाडी अरदास नहीं, सरबत का भला गुरु नानक दे घर का प्रिंसीपल है। कईयां ने तो इसे करके मुड़ के पानी पियाना, चाह पियानी, लंगर वरताउणा, झाड़ू मारना उन्होंने बंद कर दिता। कहते मैं सरबत का भला मंग लिया। सरबत का भला तुहाडे घर की अरदास नहीं है, सरबत का भला गुरु नानक दे घर का प्रिंसीपल है। कदे अरदास करदे नोट करियो, मैं जिन्ना चिर यह शब्द पूरा नहीं हो जाता कि तेरे भाणे सरबत का भला, मैं मत्था नहीं टेकदा। मत्था किनू टेकना है? सरबत दे भले दे प्रिंसीपल नूं, सिद्धांत नूं कि हे गुरु नानक अज तो बाद मैं कोशिश करांगा कि मैं कुछ भी करा ਉਹਦੇ ਵਿੱਚ ਸਰਬੱਤ ਦਾ ਭਲਾ होना चाहिए। सारी दुनिया लुट लो तुसी, फिर कहो जी असीं सरबत का भला मंगते हैं। सरबत का भला मंगण वाला दुध च पानी नहीं पा सकता, सब्जियां नूं टीके नहीं ला सकता। सरबत का भला मंगण वाला किसी का बुरा नहीं कर सकता। ते अज तुसी भरावां दीयां जमीनां अपने नां करा लो, माँ प्यो नूं घरों कढ दिओ, फिर भी सरबत का भला मंगी जाने हो तुसी। सरबत का भला तुहाडे घर का प्रिंसीपल है। तुसीं ये दसो किसी का कीता है? बस इन्नी गल है।
दुनिया कहती है कर भला सो हो भला, अंत भले का भला। भला करके तो वेखो, नेकी करके तो वेखो। किसी दिन किसी का भला करे हो जे, उस दिन अपने मन की अवस्था पढ़ लियो जे। असी सवेर तो तुरते हैं, सवेर तो सोची जाने हैं, किसी का बुरा हो जाए, क्यों भाई तेरे कहने ते हो जाएगा। कदे कावां दे कहने ते ढोर मरदे ने, जे कावां दे कहने ते बलद मरदे ते खुरलियां खाली हो जानियां सी। जटां दियां पंजालियां रह जानियां सी, गड्डियां दे गड्डे खड़े हो जाने सी। क्योंकि सवेरे उठ के कां ने कहना सी ढग्गा मर जे मैं ते मांस खाना है। अगर मैं किसी का बुरा सोचांगा भी, तुसी की सोचते हो बुरा हो जाएगा ना। इस करके तू बुरा क्यों सोचता है किसी का भाई? तू अपने भले बारे सोच। सच्चे पातशाह ने सानू जेड़ा रस्ता दिता है, उस रस्ते दे विच तुसी किसी का चंगा कर सकते हो, माड़ा नहीं कर सकते। हाँ, किसी लिए चंगा बोलो। मैं तो एक आप जी नूं होर उदाहरण दिया, तुसी अपने घर विच बच्चे नूं मारदे हो ना, कदों तक? जदों तक तुहाडे अगे हाथ नहीं चुकदा, जिद्दों तक तुहाडे अगे बोलदा नहीं, कि उस तो बाद तुसी अपने बच्चे नूं पनिशमेंट नहीं दिंदे। दिंदे हो, की करदे हो? उस तो बाद तुसी बच्चे नाल जदों गुस्सा होवे तो की करदे हो? तुसी बोलदे नहीं। दिन 5 नहीं टपदे, बच्चे दियां चीकां निकल जांदियां ने। वो मां नूं कहंदा है मम्मी पापा मेरे नाल बोलदे नहीं। कहंदी पुत्तर तू उन्हां दा कहना नहीं मनदा है, जरूरी तेरे भी चपेड़ मार के गल करनी है। तुहाडी नहीं किसी नाल बनदी, 4 दिन चुप कर जाओ। अज जो मेरी कौम की हालत हुई है, ये व्हाट्सएप ने की है, ये फेसबुक ने की है, ये यूट्यूब ने की है। बोली जाता, हर बंदा ही बोली जाता है कि रब ने जबान तुहानू इस काम लई दिती भी सारी कौम नू लीरो लीर कर दिओ, तुसी पाड़ दिओ, तुसी बोलो। तुहानू बोलण दा हक है। पर संतन स्यों बोलै उपकारी, मूर्ख स्यों बोलै चख मारी। बाबा बोलना क्या कही है, जैसे राम नाम रव रही है। ये जीभा दिती सी रब दी इबादत वास्ते, सिफत सलाह वास्ते। चलो ठीक है, थोड़ा बहुत असी अपना भी काम कर लेंदे, असी अपनियां मतलब दीयां गल्लां भी इहदे नाल कर लेंदे, इहनूं वरत लेंदे थोड़ा बहुत। पर इहदे मिसयूज ने अज दुनिया का बहुत नुकसान किया है। बोलत बोलत बड़े बेकारा। जिन्ने वकार पैदा हो रहे ने, ये सारे बोलण तो हो रहे हैं। ये धर्म की अवधि है कि जदों तुसी जाके ये कहोगे ठाकुर जीओ तुहारो परना, परमात्मा मैनू सिर्फ केवल ते केवल तेरा आसरा है। मैं बेनती कर रहा सी कि महाभारत की कथा की है। एक पक्ष द्रौपदी ने माड़ा बोलिया, दुर्योधन उन्हों नगन करन तक गया, निर्वस्त्र करन तक गया। उहदा दूसरा पक्ष ही है, दूसरा पक्ष है कि हुण उही द्रौपदी जिहड़ी है वो कदे अर्जन कोल जांदी है, कदे युधिष्ठिर कोल जांदी है, कदे वो भीम कोले जांदी है। वो 5 पांडु सी ना, वो 5 कोले गई है। फिर अपने ददियोरे पतियोरे सारियां कोल गई है। भीष्म पितामह कोल भी गई है, धृतराष्ट्र कोल भी गई। वो कहता मैं तो दीदा ही नहीं। पर जदों उत्थे सारी सभा दे विच, क्योंकि जिहड़े जुए च हार बैठे ने वो की करदे, आपां कहने ना भी जुआ माड़ा है जी,
ਜੂਆ ਇਸੇ ਕਰਕੇ ਮਾੜਾ ਹੈ ਵੀ ਕਈ ਵਾਰੀ ਬੰਦਾ ਆਪਣੀ ਜਨਾਨੀ ਵੀ ਹਾਰ ਜਾਂਦਾ ਜੂਏ 'ਚ, ਆਪਣੀ ਇਸਤਰੀ ਵੀ ਹਾਰ ਜਾਂਦਾ। ਤੇ ਇਸਤਰੀ ਸਿੱਖੀ ਵਿੱਚ ਕੀ ਹੈ? ਵੇਖੋ ਦੂਜੇ ਕੌਮਾਂ ਦਾ, ਕਬੀਲਿਆਂ ਦਾ ਮੈਨੂੰ ਨਹੀਂ ਪਤਾ ਉਹਨਾਂ ਦੀ ਇਸਤਰੀ ਦਾ ਸਥਾਨ ਕੀ ਹੈ। ਮੇਰੇ ਧਰਮ ਦੇ ਵਿੱਚ ਇਹਦਾ ਜਿਹੜਾ ਸਥਾਨ ਹੈ, ਇਹ ਔਰਤ ਈਮਾਨ ਹੈ, ਇਹ ਤੁਹਾਡੀ ਇੱਜ਼ਤ ਹੈ। ਤੁਹਾਡੀ ਆਪਣੀ ਇੱਜ਼ਤ ਵੀ ਹਾਰ ਜਾਓਗੇ ਤੁਸੀਂ ਜੂਏ ਦੇ ਲਾਲਚ ਵਿੱਚ। ਪਾਂਡਵ ਹਾਰ ਗਏ ਸੀ, ਇਹ ਦੂਜਾ ਪੱਖ ਹੈ। ਤੀਜਾ ਪੱਖ ਕੀ ਹੈ ਕਿ ਜਦੋਂ ਉਹਨੇ ਵੇਖਿਆ ਵੀ ਕੋਈ ਮੇਰੀ ਮਦਦ ਨਹੀਂ ਕਰਦਾ, ਫਿਰ ਉਹਨੇ ਉਸ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਨੂੰ ਯਾਦ ਕੀਤਾ। ਇਹ ਮੈਂ ਤੁਹਾਨੂੰ ਮਹਾਭਾਰਤ ਸੁਣਾ ਰਿਹਾ, ਮੈਂ ਸਿੱਖੀ ਨਹੀਂ ਸੁਣਾ ਰਿਹਾ। ਉਸ ਮਹਾਭਾਰਤ ਦਾ ਜਿਹੜਾ ਉਪਦੇਸ਼ ਉਹ ਇਹ ਹੈ ਕਿ ਜੇ ਉਹਨੇ ਉਸ ਯੁੱਗ ਦੇ ਅਵਤਾਰ ਨੂੰ ਯਾਦ ਕੀਤਾ ਤੇ ਉਹ ਬਚ ਗਈ। ਜੇ ਮਨੁੱਖਾਂ ਦਾ ਆਸਰਾ ਲੈਣ ਗਈ ਤੇ ਸਾਰਿਆਂ ਨੇ ਨੀਵੀਂ ਪਾ ਲਈ। ਜੇ ਆਪਣੀ ਜ਼ਬਾਨ ਤੋਂ ਮਾੜਾ ਬੋਲਿਆ ਤੇ ਮੁਸੀਬਤ ਵਿੱਚ ਖੜੀ ਹੋ ਗਈ। ਤੇ ਜੇ ਪਾਂਡਵਾਂ ਨੇ ਜੂਆ ਖੇਡਿਆ ਤੇ ਦ੍ਰੋਪਦੀ ਹਾਰ ਗਈ। ਇਹਦੇ ਸਾਰੇ ਪਹਿਲੂ ਨੇ, ਇੱਕ ਪਹਿਲੂ ਨਹੀਂ ਹੈ। ਠਾकुर जीओ तुहारो परना मान मोहत तुम्हारे ऊपर। परमात्मा मैनू मान भी तेरे ते है, फकर है तेरे ते। तू मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी। तू डोलेगा नहीं, मैं डिगांगा नहीं। ਤੁਸੀਂ ਕੁਰਸੀ ਤੇ ਖੜੇ ਹੋ, ਤੁਸੀਂ ਪੌੜੀ ਤੇ ਖੜੇ ਹੋ, ਤੇ ਥੱਲੇ ਪੌੜੀ ਹਿੱਲਣੀ ਸ਼ੁਰੂ ਹੋ ਜਾਏ ਤੇ ਤੁਹਾਡਾ ਕੀ ਬਣੇਗਾ? ਉਹ ਜਦੋਂ ਫਲਾਈਟ 'ਚ ਬੈਠੇ ਹੋਈਏ ਨਾ, ਜਦੋਂ ਜਹਾਜ਼ ਹਿੱਲਦਾ ਹੈ, ਉਹ ਹੱਸ ਲਈਦਾ, ਕਹੀਦਾ ਵੀ ਸੜਕ ਸ਼ਾਇਦ ਖਰਾਬ ਆ ਗਈ ਹੈ। ਪਰ ਉਦੋਂ ਫਿਰ ਚੰਗੇ ਚੰਗੇ ਬੰਦੇ ਪੜ੍ਹਦੇ ਨੇ, ਹਮਰੀ ਕਰੋ ਆਦੇ ਰੱਛਾ। ਜਿੰਨਾ ਚਿਰ ਜਿਹਦੇ ਤੇ ਤੁਸੀਂ ਖਲੋਤੇ ਉਹ ਡੋਲਦਾ ਨਹੀਂ, ਉਹਨਾਂ ਚਿਰ ਤੁਹਾਨੂੰ ਕਾਹਦੀ ਘਬਰਾਹਟ ਹੈ? ਤੂੰ ਮੇਰੋ ਮੇਰ ਪਰਬਤ ਸੁਆਮੀ। ਰੱਬਾ ਤੂੰ ਸਮੇਰ ਪਰਬਤ ਤੋਂ ਵੀ ਵੱਡਾ ਹੈ। ਓਟ ਗਈ ਮੈਂ ਤੇਰੀ, ਮੈਂ ਤਾਂ ਓਟ ਹੀ ਤੇਰੀ ਲਈ ਹੈ, ਮੈਂ ਬੰਦੇ ਦੀ ਓਟ ਲੈਂਦਾ ਹੀ ਨਹੀਂ। ਬੰਦੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੈ। ਮਾਨੁਖ ਕੀ ਟੇਕ ਕਰੋ ਕਿਰਪਾ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। जिसके दिए रहे अगाए, बहुर न तृष्णा लागे आए। बंदे दी ओट कदे ना लियो जे। रब दा आसरा परना जीवन विच प्राप्त करियो, फिर की होएगा? मान महत तुम्हारे ऊपर, तुमरी ओट तुम्हारी शरणा। मैनू सहारा भी तेरा है, तो मैं सिर्फ तेरी शरण विच आ। तुमरी शरण तुम्हारी आसा, तुम ही सज्जन सुहेले। ये तीन गल्लां कहणियां बनदियां ने। जदों गुरुद्वारे आओ उदों ही कहो तुमरी शरण तुम्हारी आसा। आस भी तेरी है, मैनू किसी रिश्तेदार की कोई आस नहीं कि मेरी बांह फड़ेगा। तुम ही सज्जन सुहेले, मेरा कोई फास्ट फ्रेंड नहीं है, मेरा कोई सज्जन नहीं है। ਤੁਹਾਨੂੰ ਪਤਾ ਦੁੱਖ ਤੁਹਾਡੇ ਨਾਲ ਕੀ ਕਰਦਾ ਹੈ? ਦੁੱਖ ਤੁਹਾਡੀ ਇੱਕ ਮਦਦ ਕਰਦਾ ਹੈ ਕਿ ਤੁਹਾਡੇ ਜਿਹੜੇ ਭੁਲੇਖੇ ਹੁੰਦੇ ਨੇ ਉਹ ਸਾਰੇ ਮੁੱਕ ਜਾਂਦੇ ਨੇ। ਜਿਨ੍ਹਾਂ ਦਾ ਕਈ ਵਾਰੀ ਬੰਦਾ ਭਰਮ ਪਾਲ ਕੇ ਬੈਠਾ ਹੁੰਦਾ ਹੈ ਨਾ ਵੀ ਇਹ ਵੀ ਮੇਰਾ, ਇਹ ਵੀ ਮੇਰਾ, ਉਹ ਵੀ ਮੇਰਾ, ਫਿਰ ਕੀ ਹੁੰਦਾ ਹੈ? ਪੁੱਛੋ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ, ਮਹਾਰਾਜ ਕੀ ਹੁੰਦਾ ਹੈ? ਉਹ ਕਹਿੰਦੇ ਨੇ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਰੌਣਕਾਂ ਹੀ ਲੱਗੀਆਂ ਰਹਿੰਦੀਆਂ ਨੇ, ਕਮਰਾ ਭਰਿਆ ਹੀ ਰਹਿੰਦਾ ਹੈ। ਵਿਪਤ ਪਰੀ ਸਭ ਹੀ ਸੰਗ ਛਾੜਤ। ਤੇ ਜਦੋਂ ਪਊਗੀ ਵਿਪਤਾ, ਇਹਨਾਂ 'ਚ ਇੱਕ ਬੰਦਾ ਨਹੀਂ ਲੱਭਣਾ ਤੁਹਾਨੂੰ। ਇਹਨਾਂ ਬੰਦਿਆਂ 'ਚੋਂ ਨਾ ਜਿਹੜੇ ਤੁਹਾਡੇ ਬਹੁਤ ਨੇੜੇ ਨੇ, ਐਵੇਂ ਇੱਕ ਦਿਨ ਡਰਾਮਾ ਕਰਿਓ, ਭਾਜੀ
मैं एमरजेंसी च हाँ, मैनू रात का ना हॉस्पिटल लै आए ने घर वाले, मैनू ब्लड की लोड़ है, जे एक बंदा भी बोतल देन आ गया तो मैनू कह दिओ, सारिਆਂ ਨੂੰ ਸ਼ੂਗਰ हो जानी रातों रात। एक तो ड्रामा करके तो वेखो, वो बच्चा सी ना साध कोल जांदा सी ते साध ने कहना वो काका बह जा, उन्हें कहना नहीं जी माँ उडीकदी होएगी जी, बापू राह वेंदा होएगा जी, घरदियां ने रोटी नहीं खानी मेरे बिना। तो उन्हें फिर काके नूं एक दिन समझाया, उन्हें फिर जुगतियां उगतियां समझाइया भी घर जावी इवें करी जिवें फटीक पैंदी है, खड़ा खड़ोते डिग पवी, साह चढ़ाउणा उन्हें सिखाता भी साह चढ़ा लवी अपना। वो घर गया तो उन्हें जाके साह चढ़ा लिया, रौला पै गया, मुंडे नूं की हो गया, मुंडे नूं की हो गया, मुंडा मुंडा मर चलिया, मुंडा मर चलिया। कई भजे वो साध कोले जाओ, वो कोल जांदा हुंदा सी, साध आ गया, बाबा जी मुंडा मर चलिया है, वो कहंदा भी मुंडा तो मर चलिया, बाबा जी कुछ करो, वो कहंदा भी मैं कर सकदा। पर करन वास्ते एक बंदे नूं अपनी कुर्बानी देनी पऊगी। हुण मां नूं कहा भी तू फटे ते पै जा, ये उठ पैंदा है, प्यो नूं कहा तू पै के वेख, दूजिਆਂ नूं कहा तुसीं पै के वेखो। वो सारे ने इको गल ही कही भी बाबा जी कोई मरिया नाल भी मरदा है। उन्हें कहा काका उठ, उन्हें साथ थले तारिया, उठ पिया, कहता निकलिया भलेखा तेरा, तुसीं यकीन करना मेरा तो जिंदगी च कई बारी भलेखा निकलिया है। सब भज जाते हैं, सब भज जाते हैं, तुहानूं बंदे टैलीफोन नहीं करनगे। पुछो गुरु तेग बहादुर पिता नूं गुरुद्वारे आउण दा मतलब ये नहीं हुंदा भी वो घुंगणियां लै आंदियां ते गुरुद्वारे चले गए जी, एक सिरा चढ़ाता ते गुरुद्वारे चले गए जी। गुरुद्वारे होए सोझी पाए सी, आके गुरु कोलों पुछ लो कि सच्चे पातशाह तेरे तो बिना भी कोई हैगा है, तो जवाब मिलेगा भी कोई नहीं हैगा। मैं एक बेनती होर करा, तुसीं हसो, फ्लाइट में हसोगे सारी फ्लाइट हसेगी, ट्रेन के डब्बे च हसोगे, उठ के हसना शुरू कर दो सारे हसणगे, बस में हसो सारे हसणगे, कमरे में हसो सारे हसणगे, परिवार में हसो सारे हसणगे, तुसीं रोण लग जाओ, एक भी नहीं रोएगा। सारे पता की कहणगे, कोई नहीं चुप कर जाओ भाई साहब चुप कर जाओ, भी हुण मेरे नाल रोवोगा। नहीं, रोना तुहाडे कल्लियां दा है, तुहानूं चुप कराउणगे, रोणगे नहीं। जदों हसदे सी उदों किसी ने कहा तुहानूं नहीं भाई साहब ना हसो, उदों सारे दंद कढ़दे सी नाल। सुख में बहुत लोग तुहाडे कोल आउणगे, सुख में आण बहुत मिल बैठत, रहत चहुं दिस घेरै, विपत परी सब ही संग छाड़त, कहू ना आवत नेड़े, कोई नेड़े नहीं जे आएगा। इस करके अपनी डायरेक्शन ठीक कर लो, अपनी ट्यूनिंग ठीक कर लो। अपने आप नूं ठीक कर लो, किसे भुलेखे च ना रवो। इत्थे वैदो ना वाई, भैणो ना भाई, एको सहाई राम है। इत्थे कोई किसी का नहीं है। वो धारना साधु पढ़ते होंदे सी, सवेरे सवेरे आउंदे होंदे सी, 3-4 बजे गलियां बाजारां च, वो कहंदे होंदे सी कोई ना किसी का बेली दुनिया आपो अपनी। ये हकीकत है, कोई किसी का नहीं है। किसी ही कोई कोए मंझ नमाणी, एक तू। सच्चे पातशाह मेहर करन इस पावन शब्द नूं आपां दृढ़ कर सकीए कि आसरा है ही रब दा, बाकी कोई आसरा है ही नहीं है। बाकी तो भुलेखे ने, सहारा सिर्फ रब दा है, बाकी भुलेखे ने। शरण सिर्फ रब दी है, बाकी भुलेखे ने। एवें ना किसी दे कोल जाके कहो जी मैं तेरी शरण आया, वो तो बेचारा आप उदा ही बैठा है।
ਤੁਸੀਂ ਸੋਚੋ ਵੀ ਇਹ ਕਿਸੇ ਪੱਕੇ ਤਖਤ ਤੇ ਬੈਠਾ ਹੈ, ਕਿਸੇ ਪੱਕੀ ਕੁਰਸੀ ਤੇ ਬੈਠਾ ਹੈ। ਕਦੇ ਪੁੱਛੋ 18ਵੀਂ ਸਦੀ ਦੇ ਖਾਲਸੇ ਨੂੰ ਤੁਸੀਂ ਕੀ ਕੀਤਾ ਸੀ? ਤੁਹਾਨੂੰ ਪਤਾ ਜਿਹੜੀ ਦਿੱਲੀ ਦਾ ਤਖਤ ਸੀ, ਲਾਲ ਕਿਲੇ ਦੇ ਵਿੱਚ ਜਿਹੜੀ ਸਿਲ ਤੇ ਹਾਕਮ ਬੈਠਦੇ ਸੀ, ਉਹ ਸਿਲ ਬੰਨ ਕੇ ਨਾ ਘੋੜਿਆਂ ਦੇ ਮਗਰ ਸਿੱਖਾਂ ਨੇ ਜਾ ਕੇ ਉੱਥੇ ਰਾਮਗੜੀਏ ਬੁੰਗੇ 'ਚ ਰੱਖੀ ਹੋਈ ਹੈ ਦਰਬਾਰ ਸਾਹਿਬ। ਔਰ ਉਹ ਥੱਲੇ ਹੈ, ਮੇਰਾ ਖਿਆਲ ਜਿੰਨਾ ਕੁ ਡੂੰਘਾ ਸਰੋਵਰ ਹੈ ਨਾ, ਉਦੋਂ ਵੀ ਥੱਲੇ ਡੂੰਘੀ ਹੈ। ਕਿਸੇ ਭੁਲੇਖੇ 'ਚ ਨਾ ਪੈਣਾ। ਕੋਈ ਤਖਤ ਐਸਾ ਨਹੀਂ ਹੈ ਜਿਹਦੀ ਸ਼ਰਨ ਤੁਸੀਂ ਜਾ ਕੇ ਲੈ ਲੋਗੇ। ਤਖਤ ਸਿਰਫ ਉਸ ਵਾਹਿਗੁਰੂ ਦਾ ਹੈ। ਇਸੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਨਾ ਰੋਜ਼ ਪੌੜੀ ਪੜ੍ਹੀ ਜਾਂਦੀ ਹੈ, ਤਕਰੀਬਨ ਹਰ ਰਾਗੀ ਸਿੰਘ ਪੜ੍ਹਦਾ ਹੈ, ਸੱਚਾ ਤੁਧ ਤਖਤ। ਤਖਤ ਸਿਰਫ ਹੈ ਹੀ ਉਹਦਾ ਜਿਹੜਾ ਸੱਚਾ ਹੈ, ਬਾਕੀ ਤੇ ਝੂਠੇ ਤਖਤ ਨੇ। ਅੱਜ ਹੈਗੇ ਨੇ, ਕੱਲ ਨਹੀਂ ਹੋਣਗੇ। ਅੱਜ ਹਕੂਮਤ ਹੈਗੀ ਹੈ, ਕੱਲ ਨਹੀਂ ਹੋਏਗੀ। ਭਾਈ ਸਤਿਗੁਰੂ ਕਿਰਪਾ ਕਰਨ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਭੁੱਲਾਂ ਬਖਸ਼ ਦੇ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।